पटना च 15 विरोधी पार्टियां की बैठक 2024 ਦੀਆਂ ਚੋਣਾਂ 'ਚ ਇਕੱਠੇ ਲੜਨ ਦੇ ਲਈ ਬਣੀ ਸਹਿਮਤੀ। ਅੱਗੇ ਦੀ ਚਰਚਾ ਦੇ ਲਈ 12 ਜੁਲਾਈ ਨੂੰ ਸ਼ਿਮਲਾ ਦੇ ਵਿੱਚ ਰੱਖੀ ਗਈ ਬੈਠਕ। ਮਹਾਗਠਜੋੜ ਦੀ ਰਾਹ ਦੇ ਵਿੱਚ ਆਰਡੀਨੈਂਸ ਰੁਕਾਵਟ। ਕਾਂਗਰਸ ਦਾ ਆਮ ਆਦਮੀ ਪਾਰਟੀ ਕਾਂਗਰਸ ਦੇ ਨਾਲ ਆਮ ਆਦਮੀ ਪਾਰਟੀ ਦੀ ਨਹੀਂ ਬਣੀ ਗੱਲ। ਕੇਜਰੀਵਾਲ ਦੀ ਦੋ ਟੁਕ ਆਰਡੀਨੈਂਸ ਦੇ ਖਿਲਾਫ ਸਮਰਥਨ ਨਹੀਂ ਤਾਂ ਗਠਜੋੜ ਵੀ ਨਹੀਂ। ਵਿਰੋਧੀ ਧਿਰਾਂ ਦੀ ਪਟਨਾ ਵਾਲੀ ਬੈਠਕ ਤੇ ਬੀਜੇਪੀ ਦਾ ਤੰਜ। ਕਿਹਾ ਸਵਾਰਥੀ ਲੋਕਾਂ ਦੀ ਹੋਈ ਮੀਟਿੰਗ। ਵਿਰੋਧੀ ਧਿਰਾਂ ਦੇ ਵਿੱਚ ਆਪਸ 'ਚ ਨਹੀਂ ਹੈ ਕੋਈ ਵਿਚਾਰਕ ਸਾਂਝ। 300 ਤੋਂ ਵੱਧ ਸੀਟਾਂ ਦੇ ਨਾਲ ਜਿੱਤੇਗੀ ਬੀਜੇਪੀ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਦਿੱਲੀ ਨਾਲ ਯਾਰੀ ਵਾਲੇ ਬਿਆਨ ਤੇ ਭੜਕੇ ਰਾਜੋਆਣਾ। ਕਿਹਾ ਤੁਹਾਡੀ ਦਿੱਲੀ ਦੇ ਨਾਲ ਯਾਰੀ ਸਾਨੂੰ ਲੱਗਦੀ ਹੈ ਪੰਥ ਦੇ ਨਾਲ ਗੱਦਾਰੀ। ਯਾਰੀ ਤਾਂ ਮੰਨਦੇ ਜੇ ਬੰਦੀ ਸਿੱਖਾਂ ਦੀ ਰਿਹਾਈ ਵਾਲਾ ਨੋਟੀਫਿਕੇਸ਼ਨ ਕਰਵਾਇਆ ਹੁੰਦਾ ਲਾਗੂ। ਗਿਆਨੀ ਹਰਪ੍ਰੀਤ ਸਿੰਘ ਦੇ ਦਿੱਲੀ ਦੇ ਨਾਲ ਯਾਰੀ ਵਾਲੇ ਬਿਆਨ ਤੇ ਬਲਟੋਹਾ ਦਾ ਵੀ ਵਾਰ। ਕਿਹਾ ਜਥੇਦਾਰ ਦੀ ਦਿੱਲੀ ਦੇ ਨਾਲ ਸੀ ਬਹੁਤ ਸਾਂਝ, ਸਿਵਾਏ ਭਾਸ਼ਣਾਂ ਤੋਂ ਜਥੇਦਾਰ ਨੇ ਕੀਤਾ ਕੁਝ ਨਹੀਂ। ਗੁਰਦੁਆਰਾ ਸੋਧ ਬਿੱਲ ਤੇ ਸਿਆਸੀ ਘਮਸਾਨ ਜਾਰੀ। ਐਡਵੋਕੇਟ ਐਚ.ਐਸ. ਫੁਲਕਾ ਨੇ ਸਰਕਾਰ ਦੇ ਫੈਸਲੇ ਨੂੰ ਦੱਸਿਆ ਖਤਰਨਾਕ। ਐਨਆਈਏ ਨੇ ਪੰਜਾਬ ਤੇ ਹਰਿਆਣਾ ਦੇ 8 ਮੋਸਟ ਵਾਂਟਡ ਗੈਂਗਸਟਰਾਂ ਤੇ ਐਲਾਨਿਆ ਇਨਾਮ। ਅੱਤਵਾਦੀ ਅਰਸ਼ਦੀਪ ਡਾਲਾ ਤੇ ਲੱਕੀ ਪਟਿਆਲ ਤੇ 5 ਲੱਖ ਦਾ ਇਨਾਮ। ਗੈਂਗਸਟਰ ਸੁੱਖਾ ਦੁੰਨੇਕੇ ਤੇ ਬਾਬਾ ਡੱਲਾ ਸਣੇ 6 ਗੈਂਗਸਟਰਾਂ ਤੇ 1-1 ਲੱਖ ਦਾ ਇਨਾਮ। ਹੁਸ਼ਿਆਰਪੁਰ ਪੁਲਿਸ ਨੇ ਚਲਾਇਆ ਵੱਡਾ ਆਪਰੇਸ਼ਨ। ਫਰਾਰ ਗੈਂਗਸਟਰਾਂ ਦੀ ਭਾਲ ਕਰ ਰਹੀ ਪੁਲਿਸ। ਡਰੋਨ ਦਾ ਵੀ ਲਿਆ ਜਾ ਰਿਹਾ ਹੈ ਸਹਾਰਾ। ਕਬੱਡੀ ਖਿਡਾਰੀ ਹੀ ਨਿਕਲਿਆ ਮਾਂ ਦਾ ਗੁਨਹਗਾਰ। ਤੇਜ਼ ਧਾਰ ਹਥਿਆਰ ਦੇ ਨਾਲ ਕੀਤਾ ਸੀ ਹਮਲਾ। ਮਾਂ ਦੇ ਕਿਰਦਾਰ ਤੇ ਸ਼ੱਕ ਕਰਦਾ ਸੀ। ਪੁਲਿਸ ਨੇ ਕੀਤਾ ਗ੍ਰਿਫਤਾਰ। ਮੋਗਾ ਦੇ ਪਿੰਡ ਬਦਨੀ ਕਲਾਂ ਦੇ ਵਿੱਚ ਵਾਪਰੀ ਸੀ ਘਟਨਾ। ਸੰਗਰੂਰ ਦੇ ਵਿੱਚ ਬੇਕਾਬੂ ਹੋ ਕੇ ਭਾਖੜਾ ਨਹਿਰ ਦੇ ਵਿੱਚ ਡਿੱਗਿਆ ਟਰੈਕਟਰ। 2 ਮਹਿਲਾਵਾਂ ਸਣੇ 13 ਸਾਲ ਦੀ ਬੱਚੀ ਡੁੱਬੀ। ਗੋਤਾਖੋਰ ਕਰ ਰਹੇ ਨੇ ਤਲਾਸ਼। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਹਾਜ਼ਰ ਹਾਂ ਫਰਕ ਤਾਂ ਪੈਂਦਾ ਹੈ ਲੈ ਕੇ। ਜਦੋਂ 2024 ਦੀਆਂ ਚੋਣਾਂ ਦੀ ਦਸਤਕ ਦੇ ਵਿਚਾਲੇ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਜਾਣ, ਮੰਥਨ ਕਰਨ ਤੇ ਸਹਿਮਤੀ ਬਣਾ ਲੈਣ ਕਿ ਹਾਂ ਅਸੀਂ ਸਾਰੇ ਇਕੱਠੇ ਹੋ ਕੇ ਚੋਣ ਲੜਾਂਗੇ, ਫਿਰ ਫਰਕ ਤਾਂ ਪੈਂਦਾ ਹੈ। ਅੱਜ ਸ਼ੁਰੂਆਤ ਇੱਥੋਂ ਹੀ ਕਰਨ ਜਾ ਰਹੇ ਹਾਂ। ਬੀਜੇਪੀ ਦੇ ਖਿਲਾਫ ਨਰਿੰਦਰ ਮੋਦੀ, ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ 15 ਵਿਰੋਧੀ ਪਾਰਟੀਆਂ ਦੀ ਬੈਠਕ ਦੇ ਵਿੱਚ ਇਕੱਠੇ ਚੋਣ ਲੜਨ ਦੇ ਉੱਤੇ ਸਹਿਮਤੀ ਬਣ ਗਈ। ਪਟਨਾ ਦੇ ਵਿੱਚ ਵਿਰੋਧੀ ਪਾਰਟੀਆਂ ਦੀ ਪਹਿਲੀ ਬੈਠਕ ਕਰੀਬ 2.5 ਘੰਟੇ ਚੱਲੀ, ਜਿਸ ਦੇ ਵਿੱਚ 15 ਪਾਰਟੀਆਂ ਦੇ ਆਗੂ ਮੌਜੂਦ ਰਹੇ। ਵਿਰੋਧੀ ਧਿਰ ਦੀ ਏਕਤਾ ਦੀ ਦੂਜੀ ਬੈਠਕ ਸ਼ਿਮਲਾ ਦੇ ਵਿੱਚ ਹੋਵੇਗੀ। ਇਹ ਬੈਠਕ 10 ਜਾਂ 12 ਜੁਲਾਈ ਨੂੰ ਹੋ ਸਕਦੀ ਹੈ। ਨੀਤੀਸ਼ ਤੋਂ ਬਾਅਦ ਹੋਰ ਪਾਰਟੀ ਦੇ ਆਗੂਆਂ ਨੇ ਇੱਕ ਕਰਕੇ ਪ੍ਰੈਸ ਕਾਨਫਰੰਸ ਦੇ ਵਿੱਚ ਆਪਣੀ ਗੱਲ ਰੱਖੀ। ਨੀਤੀਸ਼ ਤੋਂ ਬਾਅਦ ਖੜਗੇ ਦਾ ਨੰਬਰ ਆਇਆ। ਖੜਗੇ ਤੋਂ ਬਾਅਦ ਰਾਹੁਲ ਤੋਂ ਬਾਅਦ ਮਮਤਾ ਬੈਨਰਜੀ ਨੇ सेम गल ही दोहराई। विचारधारा की लड़ाई है और इसमें हम सब एक साथ खड़े हैं। हम में जरूर थोड़ी थोड़ी डिफरेंसेस होंगी, मगर हमने ये निर्णय लिया है कि हम एक साथ काम करेंगे। राहुल तो बाद बारी ममता बनर्जी दी आई तो उन्होंने कहा कि मीटिंग दे विच 3 चीज़ां क्लीयर हुईयां। पहली, असी एक हां। दूजी, असी इकट्ठे लड़ांगे। तीजी, जो भी पॉलिटिकल एजेंडा बीजेपी लेके आवे असी लोग इकट्ठे मिलके उसका विरोध करांगे। तो ममता बनर्जी ने जे 3 पॉइंट कहे ने उस दे विच लास्ट पॉइंट यही सी कि जेकर बीजेपी कोई एजेंडा लेके आंदी है तो उसका मिलके विरोध किया जाए। हुण ऑर्डीनेंस दे उत्ते सारियां पार्टियां इकट्ठियां हो सकणगियां या नहीं उस दे उत्ते हुण पूरा रेड का है। विरोधी पार्टियां की बैठक दे विच क्योंकि आम आदमी पार्टी भी मौजूद सी, अरविंद केजरीवाल अते दूजे पासे पंजाब दे सीएम मुख्यमंत्री भगवंत मान तां उत्थे वो मौजूद जरूर सी, पर कोई भी आम आदमी पार्टी दा आगू जो ये पूरे वफद की सांझी प्रेस कॉन्फ्रेंस उस दे विच शामिल नहीं होया। हालांकि
ਹਾਲਾਂਕਿ ਬੈਠਕ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਬਿਆਨ ਜ਼ਰੂਰ ਆਇਆ। ਪਾਰਟੀ ਦੇ ਵੱਲੋਂ ਸਾਫ਼ ਕੀਤਾ ਗਿਆ ਕਿ ਕਾਂਗਰਸ ਨੇ ਹੁਣ ਤੱਕ ਆਰਡੀਨੈਂਸ ਦੇ ਉੱਤੇ ਫੈਸਲਾ ਨਹੀਂ ਲਿਆ। ਪਹਿਲਾਂ ਕਾਂਗਰਸ ਤੈਅ ਕਰੇ ਕਿ ਉਹ ਦਿੱਲੀ ਦੀ ਜਨਤਾ ਦੇ ਨਾਲ ਹੈ ਜਾਂ ਮੋਦੀ सरकार ਦੇ ਨਾਲ। क्योंकि अगर कांग्रेस हमारी विचारधारा और पूरे देश के विपक्ष की विचारधारा से नहीं एक समान समझती है, उसको लगता नहीं है कि कॉन्स्टिट्यूशन इम्पोर्टेंट है, दिल्ली के लोग इम्पोर्टेंट है, सुप्रीम कोर्ट का जजमेंट इम्पोर्टेंट है, तो हमारा और उनका एक ही प्लेटफॉर्म पे आने का कोई मतलब नहीं रहता। आम आदमी पार्टी ने साफ किया कि जब तक ऑर्डिनेंस के खिलाफ कांग्रेस साथ नहीं दिंदी उस वेले तक गठजोड़ नहीं होगा। बिल्कुल हो सकती है, हमने तो पहले ही इसका स्पष्टीकरण मांगा था कि पहले कर दे तो आज ये नौबत नहीं आती। आम आदमी पार्टी ने केंद्र सरकार के ऑर्डिनेंस के खिलाफ कांग्रेस ਨੂੰ ਸਾਥ ਦੇਣ ਦੇ ਲਈ ਕਿਹਾ ਸੀ। ਪਾਰਟੀ ਨੇ ਕਿਹਾ ਕਿ ਜੇਕਰ ਕਾਂਗਰਸ ਸਾਡਾ ਸਾਥ ਨਹੀਂ ਦਿੰਦੀ ਤਾਂ ਅਸੀਂ ਵਿਰੋਧੀਆਂ ਦੀ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਵਾਂਗੇ। ਹਾਲਾਂਕਿ ਕੇਜਰੀਵਾਲ ਬੈਠਕ ਦੇ ਵਿੱਚ ਸ਼ਾਮਲ ਹੋਏ ਪਰ ਸਾਂਝੀ ਪ੍ਰੈਸ ਕਾਨਫਰੰਸ ਤੋਂ ਕਿਨਾਰਾ ਜ਼ਰੂਰ ਕਰ ਲਿਆ। ਖੈਰ ਜਦੋਂ ਗੱਲਬਾਤ ਸਭ ਸਿਰੇ ਚੜ ਰਹੀ ਹੋਵੇ ਸਮਝੌਤੇ ਵਾਲੀ ਮਹਾਗਠਜੋੜ ਵਾਲੀ ਤੇ ਉਸ ਦੇ ਵਿਚਾਲੇ ਆਰਡੀਨੈਂਸ ਤੇ ਆਰਡੀਨੈਂਸ ਅੜਿੱਕਾ ਬਣਦਾ ਹੋਇਆ ਨਜ਼ਰ ਆਵੇ ਫਿਰ ਫਰਕ ਤਾਂ ਪੈਂਦਾ ਹੈ। खैर इस सब के विचाले क्योंकि बीजेपी के खिलाफ मोर्चा खड़ा किया जा रहा है तो विरोधी पार्टियां की बैठक के उत्ते बीजेपी खूब तंज कस रही। केंद्रीय गृह मंत्री अमित शाह की मनीए तो पटना दे विच एक फोटो सैशन सी जिस दे विच विरोधी पार्टी के आगू शामिल होए। मैं उन्होंने दसना चाहता हाँ कि प्रधानमंत्री मोदी 2024 दी लोकसभा चोणां दे विच 300 तो ज्यादा सीटां दे नाल सरकार बनाउणगे। जनता के सामने आ जाइए, 2024 में 300 से ज्यादा सीटों के साथ नरेंद्र मोदी जी का प्रधानमंत्री बनना तय। विरोधी धਿਰ ਦੀ बैठक के उत्ते बीजेपी मुखी जेपी नड्डा ने भी तंज कसिया। नड्डा ने लालू यादव और नीतीश कुमार ਨੂੰ इंदिरा गांधी ਵੱਲੋਂ ਉਹਨਾਂ ਨੂੰ जेल भेजਣ ਦੇ किस्से याद करवाए। मैं वहां पर मैट्रिक का विद्यार्थी था, यही लालू प्रसाद यादव पूरे 22 महीने जेल, कांग्रेस की इंदिरा गांधी राहुल की दादी ने इसको जेल में डाला था। यही नीतीश कुमार पूरे 20 महीने जेल की सीटों के पीछे कांग्रेस पार्टी की इंदिरा गांधी ने डाला था। विरोधी धਿਰ ਦੀ बैठक तो बाद पार्टी के ਵੱਲੋਂ केंद्रीय मंत्री स्मृति ईरानी ने प्रेस कॉन्फ्रेंस की ਅਤੇ ਕਿਹਾ कि कांग्रेस ने मान लिया कि मोदी ਨੂੰ ਇਕੱਲੇ ਹਰਾਉਣ ਦੇ ਵਿੱਚ ਉਹ ਨਾਕਾਮ ਨੇ। तृणमूल के कार्यकर्ताओं ने नहीं सोचा होगा कि जिस कम्युनिस्ट पार्टी के नेताओं ने ममता बंदोपाध्याय के बाल खींचकर सड़क पर उन्हें अपमानित किया, उसी कम्युनिस्ट पार्टी के संरक्षण में एक दिन ममता बंदोपाध्याय जी जाएंगी। ਹੁਣ ਤਾਂ ਵਿਰੋਧੀ ਪਾਰਟੀਆਂ ਦੀ ਪਹਿਲੀ ਬੈਠਕ ਹੋ ਚੁੱਕੀ ਹੈ ਜਿਸ ਨੇ ਸਿਆਸੀ ਗਲਿਆਰਿਆਂ ਦੇ ਵਿੱਚ ਨਵੀਆਂ ਚਰਚਾਵਾਂ ਜ਼ਰੂਰ ਛੇੜ ਦਿੱਤੀਆਂ ਨੇ। खैर चर्चा तो खूब हो रही है कि महागठजोड़ आखिर कितना कामयाब हो पाएगा इस समा दसेगा। पर इस सब दे विचाले उस मीटिंग ते भी नजर रहेगी जो शिमला दे विच जुलाई दे महीने दे विच होण जा रही है। इस सब दे विचाले लालू प्रसाद यादव बहुत देर बाद मीडिया के सामने पहुंचे सी। इस मीटिंग तो बाद विरोधी पार्टियां की जो बैठक सी उस तो बाद जो प्रेस कॉन्फ्रेंस हो रही सी उस दे विच आरजेडी दे कौमी प्रधान लालू प्रसाद यादव अपने पुराने अंदाज से लगे। लालू ने कहा कि राहुल गांधी ने भारत यात्रा की चंगा काम किया, लोक सभा विच अडानी दे मामले नूं चुकिया, चंगा काम किया, पर हुण ब्याह भी कर लेना चाहिए। यह गल सुन के मुख्यमंत्री नीतीश कुमार और कांग्रेस के प्रधान मल्लिकार्जुन खड़गे सने विरोधी धਿਰ ਦੇ सारे आगू हसन लग पे। बात तो हम लोग का सलाह माने नहीं, ब्याह नहीं किया, शादी कर लेना चाहिए था। और अभी भी समय गया बीता नहीं है, शादी करिए और हम लोग बराती चले और शादी करिए, बात मानिए। आपकी मम्मी हमको बोलते कैसे हो जाए, एकदम पक्का करना पड़ेगा। मम्मी आपकी बोलती थी कि आप हमारा बात नहीं मानता, शादी करवाइए आप। अच्छा इस बार कर्नाटक में हनुमान जी महावीर जी नाराज हो गए, ऐसा हमारे यहाँ गद्दा पीठ पर कि राहुल गांधी की पार्टी जीत गई। काफ़ी
इनका पार्टी जीता। हनुमान जी अब हम लोग के साथ हो गए। ਲਾਲੂ ਨੇ ਮੋਦੀ ਸਰਕਾਰ ਨੂੰ ਵੀ ਘੇਰਿਆ ਤੇ ਕਿਹਾ ਕਿ ਦੇਸ਼ ਟੁੱਟਣ ਦੀ ਕਗਾਰ ਦੇ ਉੱਤੇ ਹੈ। ਹਿੰਦੂ ਮੁਸਲਿਮ ਦਾ ਨਾਰਾ ਦੇ ਕੇ ਹਨੂਮਾਨ ਜੀ ਦਾ ਨਾਮ ਲੈ ਕੇ ਚੋਣਾਂ ਲੜੀਆਂ ਜਾਂਦੀਆਂ ਨੇ, ਪਰ ਕਰਨਾਟਕ ਦੇ ਵਿੱਚ ਉਹਨਾਂ ਨੂੰ ਜਨਤਾ ਤੋਂ ਕਰਾਰਾ ਜਵਾਬ ਮਿਲਿਆ। ਫਿਰ ਜਿੰਨੀ ਚਰਚਾ ਇਸ ਸਮੇਂ ਇਸ ਮਹਾਗਠਜੋੜ ਦੀ ਪਾਰਟੀ ਦੀ ਮੀਟਿੰਗ ਦੀ ਹੋ ਰਹੀ ਹੈ, ਉਨੀ ਚਰਚਾ ਲਾਲੂ ਪ੍ਰਸਾਦ ਯਾਦਵ ਦੇ ਬਿਆਨਾਂ ਦੀ ਵੀ ਹੋ ਰਹੀ ਹੈ। ਅੱਗੇ ਵਧਦੇ ਹਾਂ ਤੇ ਗੱਲ ਹੋਵੇਗੀ ਅੱਜ ਦੇ ਸਵਾਲ ਦੀ। ਸਵਾਲ ਗਠਜੋੜ ਵਾਲੀ ਸਰਕਾਰ ਦੇ ਨਾਲ ਹੀ ਜੁੜਿਆ ਹੋਇਆ ਹੈ। ਦੇਸ਼ ਦੇ ਵਿੱਚ ਕੇਂਦਰ ਦੇ ਵਿੱਚ ਪਹਿਲੀ ਵਾਰ ਗਠਜੋੜ ਦੀ ਸਰਕਾਰ ਕਦੋਂ ਬਣੀ ਸੀ? ਜਿਸ ਤਰੀਕੇ ਨਾਲ ਵਿਰੋਧੀ ਪਾਰਟੀਆਂ ਇਸ ਸਮੇਂ ਇਕੱਠੀਆਂ ਹੋਈਆਂ ਨੇ, ਇਹ ਚਾਹੁੰਦੀਆਂ ਨੇ ਕਿ 2024 ਦੇ ਇਲੈਕਸ਼ਨ ਦੇ ਵਿੱਚ ਜਿੱਤੀਏ, ਬੀਜੇਪੀ ਨੂੰ ਹਰਾਈਏ ਤੇ ਫਿਰ ਸਰਕਾਰ ਬਣਾਈਏ। ਸਿੱਧਾ ਜਿਹਾ ਮਤਲਬ ਹੋਏਗਾ ਗਠਜੋੜ ਵਾਲੀ ਸਰਕਾਰ। ਤਾਂ ਗਠਜੋੜ ਵਾਲੀ ਸਰਕਾਰ ਪਹਿਲੀ ਵਾਰ ਦੇਸ਼ ਦੇ ਵਿੱਚ ਕੇਂਦਰ ਦੇ ਵਿੱਚ ਕਦੋਂ ਬਣੀ? ਚਾਰ ਆਪਸ਼ਨਸ ਨੇ, A 1967 ਦੇ ਵਿੱਚ, B 1972 ਦੇ ਵਿੱਚ, C 1977 ਦੇ ਵਿੱਚ ਜਾਂ ਫਿਰ ਆਪਸ਼ਨ D 1981 ਦੇ ਵਿੱਚ। ਸਹੀ ਜਵਾਬ ਕੀ ਹੈ? ਕੌਣ ਬਣਿਆ ਸੀ ਉਸ ਸਮੇਂ ਪ੍ਰਧਾਨ ਮੰਤਰੀ ਪਹਿਲੀ ਵਾਰ ਗਠਜੋੜ ਦੀ ਸਰਕਾਰ ਦਾ, ਔਰ ਕਿੰਨੀ ਦੇਰ ਉਹ ਸਰਕਾਰ ਚੱਲੀ, ਕਦੋਂ ਸਰਕਾਰ ਬਣੀ? ਪੂਰੀ ਜਾਣਕਾਰੀ ਪ੍ਰੋਗਰਾਮ ਦੇ ਦੌਰਾਨ ਹੀ ਤੁਹਾਡੇ ਸਾਹਮਣੇ ਰੱਖਾਂਗੇ। ਅੱਗੇ ਵਧਦੇ ਹਾਂ, ਕੁਝ ਹੋਰ ਖਬਰਾਂ ਦਾ ਰੁਖ ਕਰਾਂਗੇ। ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਇੱਕ ਬਿਆਨ ਤੇ ਘਮਸਾਨ ਚੜ ਗਿਆ ਤੇ ਬਿਆਨ ਨੂੰ ਲੈ ਕੇ ਬਲਵੰਤ ਸਿੰਘ ਰਾਜੋਆਣਾ ਭੜਕ ਉੱਠੇ। ਦਿੱਲੀ ਨਾਲ ਤਾਂ ਸਾਡੀ ਯਾਰੀ ਹੈ ਤੇ ਦਿੱਲੀ ਨਾਲ ਯਾਰੀ ਨੂੰ ਰਾਜੋਆਣਾ ਨੇ ਪੰਥ ਦੇ ਨਾਲ ਗੱਦਾਰੀ ਕਰਾਰ ਦੇ ਦਿੱਤਾ। ਰਾਜੋਆਣਾ ਦੇ ਭੈਣ ਕਮਲਦੀਪ ਕੌਰ ਨੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਪਾਈ ਇੱਕ ਪੋਸਟ ਦੇ ਵਿੱਚ ਲਿਖਿਆ ਕਿ ਜੇਕਰ ਸਾਬਕਾ ਜਥੇਦਾਰ ਦੀ ਦਿੱਲੀ ਦੇ ਨਾਲ ਯਾਰੀ ਉਦੋਂ ਮੰਨੀ ਜਾਂਦੀ ਜੇਕਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੇ ਕੇਂਦਰ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਾਰੀ ਨੋਟੀਫਿਕੇਸ਼ਨ ਨੂੰ ਉਹਨਾਂ ਨੇ ਲਾਗੂ ਕਰਵਾਇਆ ਹੁੰਦਾ ਤੇ 1984 ਦਾ ਇਨਸਾਫ ਲਿਆ ਹੁੰਦਾ। ਇਸ ਦੇ ਨਾਲ ਹੀ ਪੋਸਟ ਦੇ ਵਿੱਚ ਸਾਬਕਾ ਜਥੇਦਾਰ ਦੇ ਵੱਲੋਂ ਆਮ ਆਦਮੀ ਪਾਰਟੀ ਦੇ MP ਰਾਘਵ ਚੱਡਾ ਦੀ ਮੰਗਣੀ 'ਚ ਸ਼ਾਮਲ ਹੋਣ ਨੂੰ ਲੈ ਕੇ ਵੀ ਸਵਾਲ ਚੁੱਕੇ ਗਏ ਨੇ। ਆਓ ਸਿੰਘ ਸਾਹਿਬ ਜੋ ਡਰਦੇ ਹੋ ਦੁਨੀਆ ਖਤਮ ਕਰ ਦਿਓ ਸਾਹਿਬ ਜੀ। ਦਿੱਲੀ ਨਾਲ ਤਾਂ ਸਾਡੀ ਯਾਰੀ ਹੈ ਆਪੇ ਜੋ ਕਹਿੰਦੇ ਆ ਤਾਂ ਹੈਗੀ ਆ ਫਿਰ। ਇੰਨਾ ਹੀ ਨਹੀਂ, ਇਹ ਵੀ ਕਿਹਾ ਗਿਆ ਕਿ ਸਾਬਕਾ ਜਥੇਦਾਰ ਡੇਰਾ ਮੁਖੀ ਰਾਮ ਰਹੀਮ ਨੂੰ ਵਾਰ-ਵਾਰ ਮਿਲਦੀ ਪੈਰੋਲ ਨੂੰ ਰੋਕ ਨਹੀਂ ਸਕੇ ਤੇ ਨਾ ਹੀ ਇਸ ਦੇ ਖਿਲਾਫ ਕੋਈ ਹੁਕਮਨਾਮਾ ਜਾਰੀ ਕਰ ਸਕੇ। ਪੋਸਟ ਦੇ ਵਿੱਚ ਅੱਗੇ ਲਿਖਿਆ ਗਿਆ ਕਿ ਦਿੱਲੀ ਦੇ ਹੁਕਮਰਾਨ ਕੌਮ ਨੂੰ ਇਨਸਾਫ ਨਹੀਂ ਦੇ ਰਹੇ ਤੇ ਜਥੇਦਾਰ ਉਹਨਾਂ ਦੇ ਨਾਲ ਯਾਰੀ ਖਾਲਸਾ ਪੰਥ ਦੇ ਨਾਲ ਗੱਦਾਰੀ ਲੱਗਦੀ ਹੈ। ਦੱਸ ਦਈਏ ਕਿ ਜਥੇਦਾਰ ਦੇ ਵੱਲੋਂ ਇਹ ਬਿਆਨ ਉਸ ਵੇਲੇ ਦਿੱਤਾ ਗਿਆ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਜਥੇਦਾਰ ਗਿਆਨੀ ਰਘਬੀਰ ਸਿੰਘ ਦਾ ਅਹੁਦਾ ਸੰਭਾਲ ਸਮਾਗਮ ਸੀ ਤੇ ਇਸ ਪਿੱਛੋਂ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਮੀਡੀਆ ਦੇ ਰੂਬਰੂ ਹੋਏ ਸਨ। ਤਾਂ ਇਹ ਤਾਂ ਵਿਵਾਦ ਵੀ ਵਧਦਾ ਹੋਇਆ ਨਜ਼ਰ ਆ ਰਿਹਾ ਜਿਸ ਤਰੀਕੇ ਦੇ ਨਾਲ ਟਿੱਪਣੀਆਂ ਕੀਤੀਆਂ ਗਈਆਂ ਨੇ। ਉਹਦਾ ਸਾਬਕਾ ਜਥੇਦਾਰ ਦਾ ਮੀਡੀਆ ਦੇ ਨਾਲ ਸੰਵਾਦ ਸੁਰਖੀਆਂ ਦੇ ਵਿੱਚ ਹੈ ਤੇ ਕਮਲਦੀਪ ਕੌਰ ਰਾਜੋਆਣਾ ਦੀ ਪੋਸਟ ਤੋਂ ਬਾਅਦ ਮਾਮਲੇ ਤੇ ਸਿਆਸੀ ਬਿਆਨਬਾਜ਼ੀ ਵੀ ਤੇਜ਼ ਹੋ ਗਈ ਤੇ ਕਮਲਦੀਪ ਕੌਰ ਰਾਜੋਆਣਾ ਦੀ ਫੇਸਬੁੱਕ ਪੋਸਟ ਦੇ ਉੱਤੇ ਬੋਲੇ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ, ਜਿਨ੍ਹਾਂ ਨਿਊਜ਼ 18 ਦੇ ਨਾਲ ਗੱਲਬਾਤ ਕਰਦਿਆਂ ਇੱਥੋਂ ਤੱਕ ਕਹਿ ਦਿੱਤਾ ਕਿ ਜਥੇਦਾਰ ਸਾਹਿਬ ਨੇ ਸਿਵਾਏ ਭਾਸ਼ਣ ਦੇਣ ਦੇ ਕੌਮ ਦੇ ਲਈ ਕੁਝ ਵੀ ਨਹੀਂ ਕੀਤਾ। ਕਿਤੇ ਅੱਗੇ ਹੋ ਕੇ ਲੜਾਈ ਲੜੀ ਹੋਵੇ, ਸਵਾਏ ਭਾਸ਼ਣ ਦੇਣ ਤੋਂ ਤੁਸੀਂ ਲੱਛੇਦਾਰ ਭਾਸ਼ਣ ਕਰਕੇ ਤੁਸੀਂ ਗਰਮ ਸਿਰਫ ਭਾਸ਼ਣ ਦੇ ਕੇ ਤੇ ਕੌਮ ਦਾ ਸਵਾਰਿਆ ਕੀ ਜੇ? ਹਾਂਜੀ, ਸਵਾਏ ਜੈਡ ਸਿਕਿਉਰਟੀਆਂ ਲੈ ਰਹੀਆਂ। ਉਧਰ ਹਰਿਆਣਾ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਰਾਜੋਆਣਾ ਦੀਆਂ ਗੱਲਾਂ ਦੇ ਨਾਲ ਸਹਿਮਤੀ ਜਤਾਈ, ਨਾਲ ਹੀ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਿਆਸੀ ਪ੍ਰੈਸ਼ਰ ਵਾਲੇ ਬਿਆਨ ਤੇ ਖੁੱਲ੍ਹ ਕੇ ਬੋਲਣ ਦੀ ਅਪੀਲ ਵੀ ਕੀਤੀ। ਕੌਮ ਉਮੀਦ ਕਰਦੀ ਹੈ ਕਿ ਤੁਸੀਂ ਖੁਲਾਸੇ ਕਰੋ, ਪਰ ਖੁਲਾਸੇ ਕਰਕੇ ਪਿਛਾਂਹ ਨਹੀਂ ਹਟਣਾ। ਖੁਲਾਸੇ ਜਿਹਦੇ ਨਾਲ ਕੌਮ ਦਾ ਪੰਥ ਦਾ ਭਲਾ ਹੋਵੇ। ਜਿਸ ਤਰੀਕੇ ਦੇ ਨਾਲ ਇਹਨਾਂ ਸੰਸਥਾਵਾਂ ਦੀ ਦੁਰਵਰਤੋਂ ਹੋਈ ਆ, ਦੁਰਵਰਤੋਂ ਕੀਤੀ ਜਾ ਰਹੀ ਹੈ, ਉਹਨੂੰ ਕੌਮ ਦੇ ਸਾਹਮਣੇ ਰੱਖੋ, ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਮੀਡੀਆ ਦੇ ਸਾਹਮਣੇ ਕੀਤੀ ਬਿਆਨਬਾਜ਼ੀ ਤੇ ਜਿਹੜੇ ਇਤਰਾਜ਼ ਜ਼ਾਹਰ ਕੀਤੇ ਗਏ ਨੇ ਉਹ ਅਜੇ ਖਤਮ ਹੋਣ ਵਾਲੇ ਤਾਂ ਨਹੀਂ ਜਾਪਦੇ। ਆਉਂਦੇ ਦਿਨਾਂ ਦੇ ਵਿੱਚ ਇਸ ਦਾ ਹੋਰ ਵੱਡੇ ਪੱਧਰ ਦੇ ਉੱਤੇ ਅਸਰ ਵੇਖਣ ਨੂੰ ਜ਼ਰੂਰ ਮਿਲ ਸਕਦਾ ਹੈ। ਖੈਰ, ਕੁਰਸੀ ਜਾਣ ਤੋਂ ਬਾਅਦ ਸਟੇਟਮੈਂਟ ਆਈ ਤੇ ਸਟੇਟਮੈਂਟ ਆਉਣ ਤੋਂ ਬਾਅਦ ਸਵਾਲ ਚੁੱਕੇ ਜਾ ਰਹੇ ਨੇ। ਖੈਰ, ਸਭ ਕੁਝ ਅਹੁਦਾ ਜਾਣ ਤੋਂ ਬਾਅਦ ਹੀ ਜੇਕਰ ਹੋਵੇ ਫਿਰ ਫਰਕ ਤਾਂ ਪੈਂਦਾ ਦੇ ਵਿੱਚ ਅੱਗੇ ਤੁਹਾਨੂੰ ਦਿਖਾਵਾਂਗੇ ਇੱਕ ਆਪਰੇਸ਼ਨ ਪੁਲਿਸ ਦਾ ਤੇ ਸਵਾਲ ਕਿ ਅਸਮਾਨ ਖਾ ਗਿਆ ਜਾਂ ਜ਼ਮੀਨ ਨਿਕਲ ਗਈ। ਪੁਲਿਸ ਪੂਰਾ ਸਰਚ ਆਪਰੇਸ਼ਨ ਚਲਾ ਰਹੀ ਹੈ, ਲੱਭਣ ਦੀ ਕੋਸ਼ਿਸ਼ ਹੈ ਇਸ ਜੰਗਲ ਦੇ ਵਿੱਚ, ਇਸ ਪੂਰੇ ਇਲਾਕੇ ਦੇ ਵਿੱਚ ਕੋਈ ਜਿਹੜੇ
ਕ੍ਰਿਮੀਨਲਸ ਨੇ ਉਹ ਭੱਜੇ ਨੇ ਤੇ ਉਹਨਾਂ ਨੂੰ ਲੱਭਣ ਦੀ ਇਹ ਪੂਰੀ ਕੋਸ਼ਿਸ਼ ਪੁਲਿਸ ਕਰ ਰਹੀ ਹੈ। ਪੁਲਿਸ ਦੀ ਕੋਸ਼ਿਸ਼ ਕਾਮਯਾਬ ਹੋਈ ਜਾਂ ਨਹੀਂ, ਦੱਸਾਂਗੇ ਥੋੜੀ ਦੇਰ ਦੇ ਵਿੱਚ। ਪੂਰੀ ਖਬਰ ਕਿੱਥੋਂ ਦੀ ਹੈ ਉਹ ਵੀ ਤੁਹਾਡੇ ਤੱਕ ਪਹੁੰਚਾਵਾਂਗੇ। ਅਗਲੀ ਖਬਰ ਹਰਿਆਣਾ ਤੋਂ। ਹਰਿਆਣਾ ਦੇ ਸੋਨੀਪਤ ਅਤੇ ਜੀਂਦ ਦੇ ਵਿੱਚ 2 ਯਾਤਰੀ ਪੈਸੇਂਜਰ ਟ੍ਰੇਨਾਂ ਦੇ ਵਿੱਚ ਬੰਬ ਹੋਣ ਦੀ ਇਤਲਾਹ ਮਿਲੀ ਤਾਂ ਫਿਰ ਹਫੜਾ ਦਫੜੀ ਮਚ ਗਈ। ਤੇ ਪਾਣੀਪਤ ਤੋਂ ਰੋਹਤਕ ਜਾ ਰਹੀ ਟ੍ਰੇਨ ਨੂੰ ਗੋਹਾਣਾ ਰੇਲਵੇ ਸਟੇਸ਼ਨ ਦੇ ਉੱਤੇ ਰੋਕਿਆ ਗਿਆ ਤੇ ਫੌਰਨ ਖਾਲੀ ਕਰਵਾ ਕੇ ਰੇਲ ਦੀ ਤਲਾਸ਼ੀ ਲਈ ਗਈ। ਹਾਲਾਂਕਿ ट्रेन ਦੇ ਵਿੱਚੋਂ कुछ भी बरामद नहीं होया। तो यहाँ रोका है, क्या बताया गया? यहाँ तो सिक्योरिटी बहुत सारी खड़ी थी कि बम की अफवाह, गाड़ी सभी खाली करवा दी। कुछ मिला अभी? नहीं, कुछ नहीं। कहीं और भी रोका ट्रेन? नहीं। ਪੁਲਿਸ ਰੇਲ ਦਾ ਚੱਪਾ ਛਾਣ ਰਹੀ ਸੀ। ਸਰਚ ਆਪਰੇਸ਼ਨ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ। ਹਾਲਾਂਕਿ ਯਾਤਰੀਆਂ ਨੂੰ ਬੰਬ ਬਾਰੇ ਕੁਝ ਵੀ ਨਹੀਂ ਦੱਸਿਆ ਗਿਆ, ਬਸ ਉਹ ਪਰੇਸ਼ਾਨ ਜ਼ਰੂਰ ਹੁੰਦੇ ਨਜ਼ਰ ਆਏ। हम ट्रेन में ही बैठे हुए थे तो अचानक यहाँ पे बोले कि गोहाना में कि भी उतर जाओ ट्रेन से। हमने पूछा क्या हुआ, कहते कि बॉम्ब है, अब है या नहीं ये नहीं पता, बट अफवाह है कि। ਤੇ ਦੂਜੀ ਟ੍ਰੇਨ ਨੂੰ ਪੀਲੂ ਖੇੜਾ ਰੇਲਵੇ ਸਟੇਸ਼ਨ ਤੇ ਰੋਕਿਆ ਗਿਆ। ਬੰਬ ਨਿਰੋਧਕ ਦਸਤੇ ਨੇ ਰੇਲ ਦੀ ਤਲਾਸ਼ੀ ਕੀਤੀ, ਇੱਥੋਂ ਵੀ ਕੁਝ ਨਹੀਂ ਮਿਲਿਆ। ਪਰ ਪੁਲਿਸ ਹੁਣ ਬੰਬ ਦੀ ਇਤਲਾਹ ਦੇਣ ਵਾਲੇ ਦੀ ਭਾਲ ਦੇ ਵਿੱਚ ਲੱਗੀ ਹੋਈ ਹੈ। ਤੇ ਇਸ ਦੇ ਪਿੱਛੇ ਮਨਸ਼ਾ ਕੀ ਸੀ, ਇਹ ਵੀ ਪੁਲਿਸ ਭਾਲ ਕਰਨ ਦੇ ਵਿੱਚ ਲੱਗੀ ਹੈ, ਜਾਂਚ ਕਰਨ ਦੇ ਵਿੱਚ ਲੱਗੀ ਹੋਈ ਹੈ ਕਿ ਆਖਿਰ ਪੈਸੇਂਜਰ ਟ੍ਰੇਨਾਂ ਦੇ ਵਿੱਚ ਬੰਬ ਰੱਖਿਆ ਹੋਇਆ ਜਾਂ ਹੈ, ਇਹ ਕਿਸ ਨੇ ਅਫਵਾਹ ਫੈਲਾਈ ਕਿਉਂ। ਉਧਰ ਕੇਂਦਰੀ ਏਜੰਸੀ NIA ਨੇ ਪੰਜਾਬ ਦੇ 3 ਅਤੇ ਹਰਿਆਣਾ ਦੇ 4 ਗੈਂਗਸਟਰਾਂ ਦੇ ਖਿਲਾਫ ਇੱਕ ਹੋਰ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਤੇ NIA ਨੇ ਇਹਨਾਂ ਨੂੰ ਭਗੌੜਾ ਐਲਾਨਿਆ ਤੇ ਉਹਨਾਂ ਦੇ ਖਿਲਾਫ ਇਨਾਮ ਦਾ ਐਲਾਨ ਵੀ ਕੀਤਾ ਹੈ। ਗੈਂਗਸਟਰਾਂ ਤੇ ਅੱਤਵਾਦੀਆਂ ਤੇ ਦੇਸ਼ ਵਿਰੋਧੀ ਗਤੀਵਿਧੀਆਂ ਸਣੇ ਬੈਨ ਕੀਤੇ ਗੁੱਟਾਂ ਦੇ ਨਾਲ ਸੰਪਰਕ ਰੱਖਣ ਦੇ ਇਲਜ਼ਾਮ ਵੀ ਲੱਗੇ ਨੇ। ਲੁਧਿਆਣਾ ਦੀ ਅਸੀਂ ਗੱਲ ਕਰ ਲਈਏ, ਇੱਕ ਗੈਂਗਸਟਰ ਦਾ ਨਾਂ ਸ਼ਾਮਿਲ ਹੈ, ਮੋਗਾ ਦੇ ਗੈਂਗਸਟਰ ਦਾ ਨਾਂ ਸ਼ਾਮਿਲ ਹੈ, ਉਹਦੇ ਨਾਲ ਹਰਿਆਣਾ ਦੇ ਵੀ ਗੁਰੂਗ੍ਰਾਮ ਦੀ ਅਸੀਂ ਗੱਲ ਕਰ ਲਈਏ, ਉੱਥੇ ਦੇ ਵੀ ਇਹ ਗੈਂਗਸਟਰ ਦਾ ਨਾਂ ਸ਼ਾਮਿਲ ਹੈਗਾ, ਕਰਨਾਲ ਦੇ ਅਸੰਤ ਦੇ ਗੈਂਗਸਟਰ ਦਾ ਨਾਂ ਸ਼ਾਮਿਲ ਹੈ। ਇਹ ਪੂਰਾ NIA ਵੱਲੋਂ ਜਿਹੜੀ ਜਾਰੀ ਕੀਤੀ ਗਈ ਹੈ ਲਿਸਟ। ਮੋਗਾ ਦਾ ਰਹਿਣ ਵਾਲਾ ਗੈਂਗਸਟਰ ਅਰਸ਼ ਡਾਲਾ ਤੇ ਚੰਡੀਗੜ੍ਹ ਦੇ ਲੱਕੀ ਪਟਿਆਲ ਦੇ ਉੱਤੇ 5-5 ਲੱਖ ਦਾ ਇਨਾਮ ਰੱਖਿਆ ਗਿਆ ਹੈ। NIA ਨੇ ਇਹਨਾਂ ਦੀ ਗ੍ਰਿਫਤਾਰੀ ਦੇ ਲਈ ਇੱਕ ਸੰਪਰਕ ਨੰਬਰ ਵੀ ਜਾਰੀ ਕੀਤਾ। ਸਾਫ਼ ਤੌਰ ਤੇ NIA ਕਹਿੰਦੀ ਨਜ਼ਰ ਆ ਰਹੀ ਹੈ ਕਿ ਜਿਹੜੇ ਵੀ ਵਿਦੇਸ਼ 'ਚ ਬੈਠੇ ਨੇ, ਜਿਹੜੇ ਗੈਂਗਸਟਰ ਵਿਦੇਸ਼ 'ਚ ਬੈਠੇ ਨੇ, ਉਹ ਉਹਨਾਂ ਦੇ ਜਿਹੜੇ ਐਸੋਸੀਏਟਸ ਕੰਮ ਕਰ ਰਹੇ ਉਹਨਾਂ ਤੇ ਵੀ ਲਗਾਤਾਰ ਨਕੇਲ ਕਸੀ ਜਾ ਰਹੀ ਹੈ। ਲਗਾਤਾਰ ਉਹਨਾਂ ਦੇ ਜਿਹੜੇ ਐਸੋਸੀਏਟਸ ਹੈ ਉਹਨਾਂ ਨੂੰ ਕਾਬੂ ਕੀਤਾ ਜਾ ਰਿਹਾ ਤੇ ਵੱਡੇ ਨੈਕਸਸ ਦਾ ਖੁਲਾਸਾ ਲਗਾਤਾਰ ਕੀਤਾ ਜਾ ਰਿਹਾ। ਇਸ ਤੋਂ ਇਲਾਵਾ ਹਰਿਆਣਾ ਦੇ ਨੀਰਜ ਪੰਡਿਤ, ਲੁਧਿਆਣਾ ਦੇ ਗੁਰਪਿੰਦਰ ਉਰਫ ਬਾਬਾ ਡੱਲਾ ਅਤੇ ਸੁਖਦਿਲ, ਗੁਰੂਗ੍ਰਾਮ ਦੇ ਦਿਨੇਸ਼ ਗਾਂਧੀ ਤੇ ਸੰਦੀਪ ਬਾਂਡਰ ਸਣੇ ਕਰਨਾਲ ਦੇ ਦਲੇਰ ਕੋਟੀਆ ਦੇ ਖਿਲਾਫ 1 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਹੈ। ਉਧਰ 15 ਜੂਨ ਦੀ ਰਾਤ ਲੁਧਿਆਣਾ ਦੇ ਵਿੱਚ ਹੋਏ ਨਿਹੰਗ ਸਿੰਘ ਦੇ ਕਤਲ ਦੇ ਮਾਮਲੇ ਦੇ ਵਿੱਚ ਹੁਣ ਇੱਕ ਨਵਾਂ ਤੇ ਵੱਡਾ ਮੋੜ ਆ ਤੇ ਕਤਲ ਦੀ CCTV ਸਾਹਮਣੇ ਆਈ, ਜਿਸ ਦੇ ਵਿੱਚ 2 ਵਿਅਕਤੀ ਨਿਹੰਗ ਸਿੰਘ ਦੇ ਪਿੱਛੇ ਭੱਜ ਰਹੇ ਨੇ। ਸਿਰਫ ਇੰਨਾ ਹੀ ਨਹੀਂ, ਵਿਅਕਤੀ ਉਸ ਦੇ ਉੱਤੇ ਤਲਵਾਰ ਦੇ ਨਾਲ ਹਮਲਾ ਵੀ ਕਰਦਾ ਨਜ਼ਰ ਆਇਆ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਨਿਹੰਗ ਸਿੰਘ ਜਥੇਬੰਦੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਤਾਂ ਜਥੇਬੰਦੀਆਂ ਆਪਣੇ ਤਰੀਕੇ ਦੇ ਨਾਲ ਮੁਲਜ਼ਮਾਂ ਦੇ ਨਾਲ ਨਜਿੱਠਣਗੀਆਂ। ਇਸ ਕਰਕੇ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ, ਸਰਕਾਰਾਂ ਨੂੰ ਬੇਨਤੀ ਕਰਦੇ ਆ ਨਾ ਕਿ ਸਾਨੂੰ ਫਿਰ ਨਿਹੰਗ ਸਿੰਘ ਜਥੇਬੰਦੀਆਂ ਨੂੰ ਕੋਈ ਅੱਗੇ ਕਾਰਵਾਈ ਕਰਨ ਦੀ ਲੋੜ ਪਵੇ। ਜੇ ਪ੍ਰਸ਼ਾਸਨ ਨਹੀਂ ਕਾਰਵਾਈ ਕਰੇਗਾ ਫਿਰ ਅਸੀਂ ਆਪਣੇ ਆਪ ਨਿਹੰਗ ਸਿੰਘ ਜਥੇਬੰਦੀਆਂ ਕਾਰਵਾਈ ਕਰਾਂਗੇ। ਇਸ ਕਰਕੇ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਵੀ ਜਿਹੜੇ ਇਸ ਕਤਲ ਦੇ ਵਿੱਚ ਸ਼ਾਮਲ ਆ ਉਹਨਾਂ ਸਾਰਿਆਂ ਤੇ ਪਰਚਾ ਹੋਣਾ ਚਾਹੀਦਾ, ਜਿਨ੍ਹਾਂ ਦੇ ਜਿਹੜੇ ਵੀਡੀਓ 'ਚ ਵੀ ਸ਼ਾਮਲ ਨੇ। ਮਾਮਲਾ ਛਬੀਲ ਤੋਂ ਸ਼ੁਰੂ ਹੋਇਆ, ਜਿੱਥੇ ਨਿਹੰਗ ਸਿੰਘ ਤੇ ਮੁਹੱਲੇ ਦੇ ਕੁਝ ਲੋਕਾਂ ਦੀ ਝੜਪ ਹੋ ਗਈ ਤੇ ਕੁਝ ਦਿਨਾਂ ਬਾਅਦ ਰੰਜਿਸ਼ ਦੇ ਚੱਲਦਿਆਂ ਇਲਜ਼ਾਮ ਹੈ ਕਿ ਉਹਨਾਂ ਲੋਕਾਂ ਨੇ ਨਿਹੰਗ ਸਿੰਘ ਦਾ ਕਤਲ ਕਰ ਦਿੱਤਾ ਸੀ। ਤਾਂ ਹੁਣ ਕਰੜੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਉਧਰ ਉੱਤਰ ਪ੍ਰਦੇਸ਼ ਦੇ ਹਮੀਰਪੁਰ ਦੇ ਵਿੱਚ ਵਿਆਹ ਦੀਆਂ ਖੁਸ਼ੀਆਂ ਚੀਕ ਚਿਹਾੜਿਆਂ ਦੇ ਵਿੱਚ ਬਦਲ ਗਈਆਂ ਤੇ ਖੁਸ਼ੀਆਂ ਦੀ ਥਾਂ ਮਾਤਮ ਛਾ ਗਿਆ, ਕਿਉਂਕਿ ਬੱਸ ਹਾਦਸੇ ਦਾ ਸ਼ਿਕਾਰ ਹੋ ਤੇ ਹਮੀਰਪੁਰ ਦੇ ਕਸਬਾ ਕੁਰਾਰਾ ਤੋਂ ਇੱਕ ਬੱਸ ਬਰਾਤ ਲੈ ਕੇ ਮੱਧ ਪ੍ਰਦੇਸ਼ ਜਾ ਰਹੀ ਸੀ ਕਿ ਅਚਾਨਕ ਬੱਸ ਹਾਈਵੇ ਦੇ ਕਿਨਾਰੇ ਖਦਾਨਾਂ ਦੇ ਵਿੱਚ ਪਲਟ ਗਈ ਤੇ ਬੱਸ ਦੇ ਵਿੱਚ ਸਵਾਰ 2 ਬੱਚਿਆਂ ਦੀ ਮੌਤ ਹੋ ਗਈ। आज एक सड़क हादसे ने सबके दिल को दहला दिया है। हालांकि जो सड़क हादसा हुआ है वो ओवरटेक के चलते हुआ है। जो बारातियों को लेकर के बस जा रही थी, प्राइवेट बस थी जो हमीरपुर के कुरारा थाना क्षेत्र से MP जा रही थी, MP की छतरपुर जा रही थी, तभी ओवरटेक के चलते वो बस पलट गई अनियंत्रित होकर के, जिसमें 2 मासूम बच्चियों की मौत हो गई है और लगभग 2 दर्जन से अधिक लोग घायल है, जिसमें कई लोग गंभीर, लगभग 1 दर्जन लोग गंभीर है और उनको जो है जिला अस्पताल भर्ती किया जा रहा है और उसके बाद कानपुर भी रिफर किया जा रहा है।
ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਤੇ ਬੱਸ ਦੇ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਗਿਆ। ਬੱਸ ਦੇ ਵਿੱਚ ਕਰੀਬ 60 ਬਰਾਤੀ ਸਵਾਰ ਸਨ, ਜਿਨ੍ਹਾਂ ਦੇ ਵਿੱਚੋਂ 35 ਦੇ ਕਰੀਬ ਲੋਕ ਗੰਭੀਰ ਜ਼ਖਮੀ ਹੋਏ ਨੇ। ਬੱਸ ਹਾਈ ਸਪੀਡ ਦੇ ਉੱਤੇ ਜਾ ਰਹੀ ਸੀ ਤੇ ਅੱਗੇ ਜਾ ਰਹੇ ਟਰੱਕ ਨੂੰ ਓਵਰਟੇਕ ਕਰਦੇ ਸਮੇਂ ਬੇਕਾਬੂ ਹੋ ਗਈ। ਖਦਾਨਾਂ 'ਚ ਪਲਟਣ ਤੋਂ ਬਾਅਦ ਬੱਸ ਕਰੀਬ 50 ਮੀਟਰ ਤੱਕ ਘਿਸਰਦੀ ਵੀ ਚਲੀ ਗਈ। ਤਾਂ ਵਿਆਹ ਦੇ ਮੌਕੇ ਦੇ ਉੱਤੇ ਖੂਬ ਖੁਸ਼ੀਆਂ ਪੂਰੇ ਪਰਿਵਾਰ ਦੇ ਵਿੱਚ ਹੁੰਦੀਆਂ ਨੇ, ਪਰ ਜਦੋਂ ਇਸ ਤਰੀਕੇ ਦਾ ਕੋਈ ਮੰਦਭਾਗਾ ਹਾਦਸਾ ਵਾਪਰ ਜਾਵੇ, ਕਿਸੇ ਦੀ ਮੌਤ ਹੋ ਜਾਵੇ ਉਹ ਬਰਾਤੀਆਂ ਵਾਲੀ ਬੱਸ ਦੇ ਵਿੱਚ, ਫਿਰ ਫਰਕ ਤਾਂ ਪੈਂਦਾ। ਅੱਗੇ ਵਧਦਿਆਂ ਤੇ ਗੱਲ ਹੋਵੇਗੀ ਇਤਿਹਾਸ ਦੀ। 23 ਜੂਨ ਦਾ ਇਤਿਹਾਸ ਕੀ ਕੁਝ ਕਹਿੰਦਾ ਉਹ ਤੁਹਾਨੂੰ ਦੱਸਾਂਗੇ। 23 ਜੂਨ ਦਾ ਇਤਿਹਾਸ ਜੁੜਿਆ ਹੋਇਆ ਹੈ ਸੰਜੇ ਗਾਂਧੀ ਦੇ ਨਾਲ। ਸੰਜੇ ਗਾਂਧੀ ਦਾ ਦੇਹਾਂਤ ਹੋਇਆ ਸੀ 23 ਜੂਨ ਦੇ ਹੀ ਦਿਨ, ਸਾਲ ਸੀ 1980। 23 ਜੂਨ 1980 ਨੂੰ ਇੱਕ ਜਹਾਜ਼ ਹਾਦਸੇ ਦੇ ਵਿੱਚ ਸੰਜੇ ਗਾਂਧੀ ਦਾ ਦੇਹਾਂਤ ਹੋ ਗਿਆ ਸੀ। ਕਾਂਗਰਸ ਦੇ ਵਿੱਚ ਉਹਨਾਂ ਦਾ ਅਕਸ ਕਦਾਵਰ ਆਗੂ ਦੇ ਤੌਰ ਦੇ ਉੱਤੇ ਉਸ ਸਮੇਂ ਗਿਣਿਆ ਜਾਂਦਾ ਸੀ ਔਰ ਨੌਜਵਾਨ ਚਿਹਰਿਆਂ ਦੇ ਵਿੱਚ ਖੂਬ ਫੇਮਸ ਸੀ। ਉਹਨਾਂ ਦੀ ਲੋਕਪ੍ਰਿਯਤਾ ਤੁਸੀਂ ਕਹਿ ਸਕਦੇ ਹੋ। ਸੰਜੇ ਗਾਂਧੀ ਨੂੰ ਇੰਦਰਾ ਗਾਂਧੀ ਦੇ ਉੱਤਰ ਅਧਿਕਾਰੀ ਦੇ ਤੌਰ ਦੇ ਉੱਤੇ ਵੀ ਦੇਖਿਆ ਜਾਂਦਾ ਸੀ। ਇਹ ਮੰਨਿਆ ਜਾਂਦਾ ਹੈ ਕਿ ਜਦੋਂ 25 ਜੂਨ ਨੂੰ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਤਾਂ ਉਸ ਤੋਂ ਬਾਅਦ ਤਕਰੀਬਨ 2.5 ਸਾਲ ਤੱਕ ਸੰਜੇ ਗਾਂਧੀ ਨੇ ਹੀ ਪੂਰੇ ਦੇਸ਼ ਦੀ ਬਾਗਡੋਰ ਆਪਣੇ ਹੱਥਾਂ ਦੇ ਵਿੱਚ ਸੰਭਾਲੀ ਹੋਈ ਸੀ।